ਦੋਸਤੋ ਮੈਂ ਰਾਣਾ ਪਰਮਜੋਤ ਟੋਰਾਂਟੋ ਕੈਨੇਡਾ ਤੋਂ। ਤਰੀਕ ਅੱਜ ਹੋ ਗਈ ਆ 16 ਅਕਤੂਬਰ ਸਾਲ 2020। ਤੇ ਆਪਾਂ ਗੱਲਬਾਤ ਕਰਾਂਗੇ ਦਸਮ ਗ੍ਰੰਥ ਦੇ ਵਿਸ਼ੇ ਦੇ ਉੱਤੇ। ਕਿਉਂਕਿ ਮੈਨੂੰ ਪਿਛਲੇ ਡੇਢ ਦੋ ਮਹੀਨਿਆਂ ਤੋਂ ਮੈਂ ਇਹਦੀ ਲਗਾਤਾਰ ਸਟੱਡੀ ਕਰਦਾ ਆ ਰਿਹਾ ਹੈਗਾ ਆ। ਅਤੇ ਖਾਸ ਕਰਕੇ ਜਦੋਂ ਦਾ ਮੋਦੀ ਨੇ ਇਹ ਬਿਆਨ ਦਿੱਤਾ ਸੀਗਾ ਵੀ ਅਯੋਧਿਆ ਦੇ ਵਿੱਚ ਜਦੋਂ ਇਹਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਆ ਗੋਬਿੰਦ ਰਾਮਾਇਣ, ਉਸ ਤੋਂ ਬਾਅਦ ਮੈਂ ਲਗਾਤਾਰ ਦਸਮ ਗ੍ਰੰਥ ਨੂੰ ਕਾਫੀ ਇਹਦਾ ਅਧਿਐਨ ਕੀਤਾ। ਕਾਫੀ ਇਨ ਦਾ ਸੈਂਸ ਕਹ ਲਓ ਵੀ ਜਿੰਨਾ ਟੋਟਲ ਅਧਿਆਇ ਹੈਗਾ, ਇਹ ਟੋਟਲ ਇਹਦੇ ਜਿਹੜੇ 16-17 ਅਧਿਆਇ ਨੇ ਉਹਦਾ 10% ਮੈਂ ਹੁਣ ਤੱਕ ਇਹਦਾ ਅਧਿਐਨ ਕਰ ਚੁੱਕਾ ਹਾਂ। ਅਤੇ ਮੈਂ ਗੱਲ ਉਸੇ ਪਾਰਟ ਦੀ ਕਰੂੰਗਾ ਜਿਹੜਾ ਮੈਂ ਅਧਿਐਨ ਹੁਣ ਤੱਕ ਕੀਤਾ ਆ। ਅਤੇ ਮੈਨੂੰ ਇਹਦੇ ਵਿੱਚ ਗ੍ਰੰਥ ਦਾ ਜਿਹੜਾ ਲਿਖਾਰੀ ਆ, ਕਿਉਂਕਿ ਮੇਰਾ ਪਰਸਨਲੀ ਇਹ ਮੰਨਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਇਹ ਨਹੀਂ ਹੈਗੀ। ਅਤੇ ਜਦੋਂ ਮੈਂ ਇਹਨੂੰ ਪੜ੍ਹਿਆ, ਖਾਸ ਕਰਕੇ ਜਿਹੜਾ ਤੀਸਰਾ ਅਧਿਆਇ ਆ ਦਸਮ ਗ੍ਰੰਥ ਦਾ ਬਚਿੱਤਰ ਨਾਟਕ, ਬੇਸਿਕਲੀ ਗ੍ਰੰਥ ਦਾ ਨਾਂ ਹੀ ਬਚਿੱਤਰ ਨਾਟਕ ਸੀਗਾ ਓਰੀਜਨਲੀ। ਅਤੇ ਟਾਈਮ ਦੇ ਨਾਲ ਸਮੇਂ 'ਤੇ ਆ ਕੇ ਇਹ ਨਾਂ ਬਦਲਦੇ ਰਹੇ ਨੇ ਇਹਦਾ ਜੀ। ਅਤੇ ਇਸ ਵੇਲੇ ਤੁਸੀਂ ਪੜ੍ਹ ਰਹੇ ਹੋ ਹਾਂ, ਇਹਦੇ ਵਿੱਚ ਜਿਹੜਾ ਮੈਂ ਪੋਸਟਰ ਬਣਾ ਕੇ ਨਾਲ ਜਿੱਥੇ ਟਾਈਟਲ ਵੀ ਦਿੱਤਾ ਆ, ਦਸਮ ਗ੍ਰੰਥ ਦਾ ਲਿਖਾਰੀ ਪਿਛਲੇ ਜਨਮ ਵਿੱਚ ਤਪੀ ਬ੍ਰਾਹਮਣ ਅਤੇ ਇਸ ਜਨਮ ਵਿੱਚ ਛਤਰੀ। ਇਹਨੂੰ ਆਪਾਂ ਅੱਗੇ ਜਾ ਕੇ ਐਕਸਪਲੇਨ ਕਰਾਂਗੇ ਕਿ ਸਿੱਖ ਸਿਧਾਂਤ ਵਿੱਚ ਜਾਤ ਪਾਤ ਦੀ ਜਗ੍ਹਾ ਹੈ। ਅਤੇ ਇਹ ਨਾਲ ਮੈਂ ਸਕਰੀਨਸ਼ਾਟ ਹੈਗਾ ਜੀ, ਇਹਦਾ ਸਟੀਕ ਹੈ ਜੀ ਦਸਮ ਗ੍ਰੰਥ ਦੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ। ਇਸ ਵੇਲੇ ਇਹਦਾ ਨਾਂ ਇਹ ਆ ਅਤੇ ਲਗਾਤਾਰ ਇਹਦਾ ਨਾਂ ਚੇਂਜ ਹੁੰਦਾ ਆ ਰਿਹਾ ਆ। ਅਤੇ ਓਰੀਜਨਲ ਨਾਂ ਇਹਦਾ ਹੈ ਜੀ ਬਚਿੱਤਰ ਨਾਟਕ। ਬਚਿੱਤਰ ਨਾਟਕ ਜਿਹੜਾ ਇਹ ਗ੍ਰੰਥ ਜਿਹਨੂੰ ਆਪਾਂ ਦਸਮ ਕਹਿੰਦੇ ਹਾਂ ਅੱਜ ਦੀ ਡੇਟ ਦੇ ਵਿੱਚ, ਅਤੇ ਇਹਦੇ 17 ਅਧਿਆਏ ਨੇ। ਅਤੇ ਤੀਸਰਾ ਅਧਿਆਇ ਹੈ ਜੀ ਇਹਦਾ, ਮੈਂ ਜਾ ਰਿਹਾ ਜੀ ਅਧਿਆਇ ਦੇ ਉੱਤੇ। ਤੀਸਰਾ ਅਧਿਆਇ ਹੈ ਇਹਦਾ ਬਚਿੱਤਰ ਨਾਟਕ ਆ, ਤੁਸੀਂ ਦੇਖ ਰਹੇ ਹੋ। ਅਤੇ ਇਹਦੀ ਅਗਰ ਭੂਮਿਕਾ ਤੁਸੀਂ ਵੇਖੋਗੇ ਤਾਂ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ। ਜਿਹੜਾ ਵੀ ਇਹਦਾ ਰਾਈਟਰ ਆ, ਖੈਰ ਮੇਰਾ ਨਹੀਂ ਮੰਨਣਾ, ਜਿਹੜੇ ਇਹਨੂੰ ਮੰਨਦੇ ਨੇ ਟਕਸਾਲੀ ਮੰਨਦੇ ਨੇ, ਉਹ ਇਹ ਕਹਿੰਦੇ ਨੇ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆ। ਅਤੇ ਯਾਨੀ ਬਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਨੇ। ਠੀਕ ਹੈ ਜੀ। ਆਪਾਂ ਚਲੋ ਬਚਿੱਤਰ ਨਾਟਕ ਦੇ ਇਸੇ ਅਧਿਆਇ 'ਚ ਜਾ ਕੇ, ਇਹ ਵੈਬਸਾਈਟ ਹੈ ਜੀ, ਮੈਂ ਨਾਲ ਜਾਣਕਾਰੀ ਦੇ ਦਿਆਂ, searchgurbani.com ਨਾਂ ਦੀ ਇਹ ਵੈਬਸਾਈਟ ਆ। ਅਤੇ ਇਹਨਾਂ ਦਾ ਐਪ ਵੀ ਹੈਗਾ ਆ ਮੋਬਾਇਲ ਫੋਨ ਦੇ ਵਾਸਤੇ, ਦੋਵੇਂ ਪਲੇਟਫਾਰਮ ਐਂਡਰਾਇਡ ਅਤੇ iOS। ਉੱਥੇ ਤੁਸੀਂ ਆਈ ਸਰਚ ਗੁਰਬਾਣੀ ਪਾਉਣਾ ਆ ਅਤੇ ਬਹੁਤ ਸੋਹਣਾ ਐਪ ਹੈ ਜੀ। ਇਹਦੇ 'ਚ ਤੁਸੀਂ ਗੁਰੂ ਗ੍ਰੰਥ ਸਾਹਿਬ ਪੇਜ ਬਾਏ ਪੇਜ ਅਤੇ ਔਥਰ ਇੰਡੈਕਸ ਵੀ ਕਿਹੜਾ ਔਥਰ ਆ ਉਹਦਾ, ਅਤੇ ਰਾਗਾਂ ਦੇ ਹਿਸਾਬ ਨਾਲ ਵੀ ਹੈਗਾ ਇਹ, ਮੀਨਸ ਬਹੁਤ ਸੋਹਣਾ ਜੀ ਵੈਬਸਾਈਟ ਹੈ। ਅਤੇ ਦਸਮ ਗ੍ਰੰਥ ਨੂੰ ਵੀ ਤੁਸੀਂ, ਦਸਮ ਗ੍ਰੰਥ ਦੀ ਇਹਦੇ ਵਿੱਚ ਸਿਰਫ ਰਤਨ ਸਿੰਘ ਜੱਗੀ ਉਹਨਾਂ ਦਾ ਜਿਹੜਾ ਹੈਗਾ ਟਰਾਂਸਲੇਸ਼ਨ ਜਾਂ ਉਹਨਾਂ ਦੀ ਟੀਕਾ ਜਿਹਨੂੰ ਕਹਿ ਦਿੰਦੇ ਆਪਾਂ ਪੰਜਾਬੀ, ਸਿਰਫ ਉਹੀ ਉਪਲਬਧ ਆ। ਪਰ ਗੁਰੂ ਗ੍ਰੰਥ ਸਾਹਿਬ ਦੇ 4-5 ਅਲੱਗ-ਅਲੱਗ ਹੈਗੇ ਨੇ ਟੀਕਾਕਾਰ ਇਹਦੇ ਵਿੱਚ। ਅਤੇ ਆਪਾਂ ਜਾਣਦੇ ਹਾਂ ਫਿਲਹਾਲ ਜਿਹੜਾ ਆਪਣਾ ਮੁੱਦਾ ਆ ਦਸਮ ਗ੍ਰੰਥ ਦਾ, ਜਿੱਥੇ ਮੈਨੂੰ 2 ਪੁਆਇੰਟ ਨੇ ਜੀ ਇਹਦੇ ਵਿੱਚ। ਇੱਕ ਤਾਂ ਸਿੱਖ ਧਰਮ ਦੇ ਵਿੱਚ, ਸਿੱਖ ਸਿਧਾਂਤ ਦੇ ਵਿੱਚ ਇਹ ਜਿਹੜਾ ਗ੍ਰੰਥ ਆ, ਇਹਦਾ ਜਿਹੜਾ ਰਾਈਟਰ ਆ ਇਹ ਜਾਤ ਪਾਤ ਨੂੰ ਪ੍ਰਮੋਟ ਕਰ ਰਿਹਾ ਆ। ਅਤੇ ਦੂਸਰਾ ਮੇਰਾ ਪੁਆਇੰਟ ਹੈਗਾ ਬਈ ਅਗਰ ਚਲੋ ਮੰਨ ਵੀ ਲਿਆ ਜਾਵੇ, ਜਿਹੜਾ ਵੀ ਚਲੋ ਇਹਦਾ ਰਾਈਟਰ ਆ ਦਸਮ ਗ੍ਰੰਥ ਦਾ ਜਾਂ ਬਚਿੱਤਰ ਨਾਟਕ ਦਾ, ਉਹਦੇ ਵਿੱਚ ਇਹ ਆਪਾਂ ਵਿਰੋਧੀ ਗੱਲ ਕਰ ਰਿਹਾ ਇਸੇ ਗ੍ਰੰਥ ਦੇ ਵਿੱਚ ਅਲੱਗ-ਅਲੱਗ ਅਧਿਆਇਆਂ ਦੇ ਵਿੱਚ। 2 ਅਲੱਗ-ਅਲੱਗ ਅਧਿਆਏ ਨੇ ਜੀ। ਮੈਂ ਪਹਿਲਾਂ ਇਹ ਗਿਆ ਜੀ ਬਚਿੱਤਰ ਨਾਟਕ ਦੇ ਵਿੱਚ, ਬਚਿੱਤਰ ਨਾਟਕ ਦਾ 5ਵਾਂ ਇਹ ਉਪ ਅਧਿਆਇ ਆ ਜਾਂਦਾ ਜੀ, 6ਵਾਂ ਆਪਾਂ ਕਹਿ ਲਈਏ। ਬਚਿੱਤਰ ਨਾਟਕ ਦੇ ਵਿੱਚ 6ਵਾਂ ਉਪ ਅਧਿਆਇ ਜਿਹੜਾ ਹੈਗਾ, ਅਬ ਮੈਂ ਆਪਣੀ ਕਥਾ ਬਖਾਨੂ, ਜਿਹੜਾ ਮਤਲਬ ਕਿ ਬੜੀ ਪਾਪੂਲਰ ਹੈ ਜੀ ਇਹ ਜਿਹੜਾ ਸ਼ਬਦ ਆ। ਅਤੇ ਆਪਾਂ ਉਹਦੇ 'ਤੇ ਜਾਂਦੇ ਹਾਂ ਜੀ। ਚੌਪਈ ਤੋਂ ਬਾਅਦ ਅਬ ਮੈਂ ਆਪਣੀ ਕਥਾ ਬਖਾਨੂ, ਇਹ ਹੈ ਜੀ ਸਫਾ ਨੰਬਰ 117, ਦਸਮ ਗ੍ਰੰਥ ਦਾ ਸਫਾ ਨੰਬਰ 117। ਅਬ ਮੈਂ ਆਪਣੀ ਕਥਾ ਬਖਾਨੂ, ਮੈਂ ਸ਼ਬਦ ਤੁਸੀਂ ਨਾਲ ਦੀ ਨਾਲ ਪੜ੍ਹ ਸਕਦੇ ਹੋ। ਅਤੇ ਮੈਂ ਸਿਰਫ ਆ ਜਿਹੜਾ ਇਹਦਾ ਆਪਣੇ ਗੁਰਮੁਖੀ ਦੇ ਵਿੱਚ ਇਹਦਾ ਕੀਤਾ ਹੋਇਆ ਆ ਟਰਾਂਸਲੇਸ਼ਨ ਰਤਨ ਸਿੰਘ ਜੱਗੀ ਉਹਨਾਂ ਦੀ, ਮੈਂ ਸਿਰਫ ਉਹੀ ਪੜ੍ਹੂੰਗਾ। ਹੁਣ ਮੈਂ ਆਪਣੀ ਵਾਰਤਾ ਦਾ ਵਿਖਾਣ ਕਰਦਾ ਹਾਂ। ਮਤਲਬ ਕਿ ਜੋ ਵੀ ਇਹਦਾ ਆਟੋਬਾਇਓਗ੍ਰਾਫੀ ਆਪਣੀ ਲਿਖਣ ਵਾਲਾ ਇਹਦਾ ਰਾਈਟਰ ਆ, ਉਹ ਆਪਣੀ ਕਥਾ ਲਿਖਣੀ, ਆਪਣੀ ਵਾਰਤਾ, ਆਪਣੀ ਜੀਵਨੀ ਲਿਖਣ ਜਾ ਰਿਹਾ ਜੀ। ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ, ਜਿੱਥੇ ਹੇਮਕੁੰਟ ਪਰਬਤ ਹੈ ਅਤੇ ਜਿੱਥੇ 7 ਪਰਬਤੀ ਚੋਟੀਆਂ ਸੁਭਾਇਮਾਨ ਹਨ, ਉਸ ਸਥਾਨ ਦਾ ਨਾਂ ਸਪਤ ਸਰਿੰਗ ਕਿਹਾ ਜਾਣ ਲੱਗਿਆ। ਮਤਲਬ ਕਿ ਜਿਹੜਾ ਵੀ ਇਹ ਰਾਈਟਰ ਆ, ਜਿਹਦੀ ਵੀ ਇਹ ਸਵੈ ਜੀਵਨੀ ਆ, ਉਹ ਮਤਲਬ ਕਿ ਹੇਮਕੁੰਟ ਨਾਮਕ ਪਰਬਤ
ਜਿੱਥੇ 7 ਚੋਟੀਆਂ ਹੈਗੀਆਂ ਨੇ, ਮੌਜੂਦ ਨੇ, ਸੁਭਾਇਮਾਨ ਨੇ, ਜਿਨ੍ਹਾਂ ਦਾ ਨਾਂ ਸਪਤ ਸ੍ਰਿੰਗ ਆ। ਉੱਥੇ ਉਹ ਤਪ ਕਰ ਰਿਹਾ ਸੀ ਅਤੇ ਤਪ ਕਰਦੇ ਨੂੰ ਉੱਥੇ ਉਹਨੂੰ ਕਿਸੇ ਨੇ ਲਿਆਂਦਾ ਜੀ ਸੱਦ ਕੇ, ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ। ਅੱਗੇ ਆ ਗਿਆ ਜੀ, ਉੱਥੇ ਉਸ ਸਥਾਨ ਦੇ ਉੱਤੇ ਪਾਂਡਵਾਂ ਨੇ ਰਾਜਯੋਗ ਦੀ ਸਾਧਨਾ ਕੀਤੀ ਸੀ। ਪਾਂਡਵ ਆ ਜਾਂਦੇ ਨੇ, ਆਹ ਕ੍ਰਿਸ਼ਨ ਭਗਵਾਨ ਦੇ ਟਾਈਮ ਦੇ ਜੋ ਵੀ ਸੀਗਾ, ਕੌਰਵ ਪਾਂਡਵ, ਦੁਆਪਰ ਯੁੱਗ ਬਣ ਜਾਂਦਾ ਜੀ ਇਹ। ਅਤੇ ਉੱਥੇ ਪਾਂਡਵਾਂ ਨੇ ਵੀ, ਜਿਹੜੀ ਜਗ੍ਹਾ 'ਤੇ ਇਹਦਾ ਰਾਈਟਰ ਦਸਮ ਗ੍ਰੰਥ ਦਾ ਜਿਹੜਾ ਇਹ ਵੀ ਰਾਈਟਰ ਜਾਣੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਉਹ ਕਹਿ ਕੇ ਚੱਲੀਏ, ਜਿਹੜੇ ਇਹਨੂੰ ਮੰਨਦੇ ਨੇ। ਅਤੇ ਮੇਰੇ ਹਿਸਾਬ ਨਾਲ ਕੋਈ ਹੋਰ ਬੰਦਾ ਜੀ ਇਹਨੂੰ ਲਿਖਣ ਵਾਲਾ ਜਿਹੜਾ ਵੀ ਹੈਗਾ। ਅਤੇ ਇਹ ਵੀ ਉਸੇ ਜਗ੍ਹਾ ਦੇ ਉੱਤੇ ਰਾਜਯੋਗ ਉੱਥੇ ਹੀ ਤਪੱਸਿਆ ਕਰ ਰਿਹਾ ਜਿੱਥੇ ਕਿਸੇ ਵੇਲੇ ਪਾਂਡਵਾਂ ਨੇ ਕੀਤੀ ਸੀ ਜੀ ਯੋਗ ਸਾਧਨਾ। ਉਸ ਥਾਂ 'ਤੇ ਅਸੀਂ ਬਹੁਤ ਅਧਿਕ ਤਪੱਸਿਆ ਕੀਤੀ। ਠੀਕ ਹੈ ਜੀ, ਇਹ ਐਂਡ ਆ ਗਿਆ 117ਵੇਂ ਪੇਜ ਦਾ। ਆਪਾਂ ਪੇਜ 118 'ਤੇ ਚੱਲਦੇ ਹਾਂ ਜੀ। ਬਹੁਤ ਜ਼ਿਆਦਾ ਆਰਾਧਨਾ ਕੀਤੀ। ਕਿਹਦੀ ਕੀਤੀ? ਅਤੇ ਮਹਾਂਕਾਲ ਅਤੇ ਕਾਲਿਕਾ ਦੀ ਆਰਾਧਨਾ ਕੀਤੀ। ਮਹਾਂਕਾਲ, ਕਾਲਕਾ ਆਰਾਧੀ। ਉੱਥੇ ਮਹਾਂਕਾਲ ਦੀ ਅਤੇ ਕਾਲਿਕਾ ਦੀ ਆਰਾਧਨਾ ਕੀਤੀ ਬਹੁਤ ਜ਼ਿਆਦਾ। ਇਸ ਤਰ੍ਹਾਂ ਤਪੱਸਿਆ ਕਰਦੇ ਕਰਦੇ ਅੰਤ ਵਿੱਚ ਤਪੱਸਿਆ ਦੇ ਫਲਸਰੂਪ ਦਵੈਤ ਤੋਂ ਅਦਵੈਤ, ਦਵੈਤ ਹੁੰਦਾ ਤੋਂ ਅਦਵੈਤ ਰੂਪ ਹੋ ਗਿਆ। ਠੀਕ ਹੈ ਜੀ, ਇੰਨਾ ਹੀ ਮੇਰਾ ਕੰਸਰਨ ਹੈ। ਮੀਨਜ਼ ਇੱਥੇ ਅਗਰ ਟਕਸਾਲੀਆਂ ਦੇ ਹਿਸਾਬ ਨਾਲ ਚੱਲੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਜੀ ਇਹ ਸਪਤ ਸ੍ਰਿੰਗ ਜਿਹੜੇ ਪਰਬਤ ਨੇ ਉਹਨਾਂ ਦੀਆਂ ਚੋਟੀਆਂ 'ਤੇ, ਹੇਮਕੁੰਟ ਸਾਹਿਬ ਕਹਿ ਦਿੰਦੇ ਨੇ ਉਹਨੂੰ, ਅਤੇ ਉੱਥੇ ਉਹਨਾਂ ਨੇ ਤਪੱਸਿਆ ਕੀਤੀ ਜੀ। ਕਿਹਦੀ ਕੀਤੀ? ਮਹਾਂਕਾਲ ਅਤੇ ਕਾਲਿਕਾ ਦੀ। ਹੁਣ ਮੈਂ ਜਾਂਦਾ ਹਾਂ ਆਪਣੇ ਬਚਿੱਤਰ ਨਾਟਕ ਦਾ ਹੀ ਜਿਹੜਾ ਹੈਗਾ ਅਧਿਆਏ 24 ਅਵਤਾਰ। ਠੀਕ ਹੈ ਜੀ, 7ਵਾਂ ਅਧਿਆਏ ਹੈ ਜੀ 24 ਅਵਤਾਰ। ਜਿਵੇਂ ਕਿ 24 ਅਵਤਾਰ ਟਾਈਟਲ ਹੈ ਇਹਦਾ ਅਧਿਆਏ ਦਾ। 24 ਅਵਤਾਰ ਨੇ ਜਿਹੜੇ ਸਨਾਤਨ ਮੱਤ ਦੇ ਵਿੱਚ, ਉਹਨਾਂ ਦਾ ਵਰਣਨ ਹੈ ਇਹਦੇ ਵਿੱਚ। ਅਵਤਾਰ ਮੱਛ, ਅਵਤਾਰ ਕੱਛ, ਅਵਤਾਰ ਸਮੁੰਦਰ ਮੰਥਨ, ਅਵਤਾਰ ਨਰ ਨਾਰਾਇਣ। ਕਰਦੇ ਕਰਾਉਂਦੇ 24 ਦੇ ਵਿੱਚੋਂ ਆਪਾਂ ਜਾਣਾ ਹੈਗਾ ਜੀ 21ਵੇਂ ਅਵਤਾਰ ਦੇ ਉੱਤੇ ਜੀ। 21ਵਾਂ ਅਵਤਾਰ ਆ ਜਾਂਦਾ ਆ, 20ਵਾਂ ਹੈਗਾ 24, ਆਹ ਹੈਗਾ ਜੀ ਉਹ 24 ਅਵਤਾਰ ਰਾਮ ਅਵਤਾਰ, ਜਿਹਨੂੰ ਗੋਬਿੰਦ ਰਾਮਾਇਣ ਕਿਹਾ ਸੀ ਮੋਦੀ ਨੇ। 393 ਨੰਬਰ ਪੇਜ ਤੋਂ ਸ਼ੁਰੂ ਹੁੰਦਾ ਜੀ ਇਹ, ਅਤੇ 547 'ਤੇ ਖਤਮ ਹੁੰਦਾ। 547 'ਤੇ ਜਿੱਥੇ ਇਹ ਖਤਮ ਹੁੰਦਾ ਰਾਮ ਅਵਤਾਰ, ਉੱਥੇ 24 ਅਵਤਾਰ ਦੇ ਵਿੱਚ 21ਵਾਂ ਅਵਤਾਰ ਹੈ ਜੀ ਇਹ ਆਪਣੇ ਕ੍ਰਿਸ਼ਨ ਅਵਤਾਰ। ਕ੍ਰਿਸ਼ਨ ਅਵਤਾਰ 'ਤੇ ਆਪਾਂ ਜਾਣਾ ਅਤੇ ਲਾਸਟ ਪੇਜ 'ਤੇ ਜਾਣਾ ਜੀ ਆਪਾਂ ਕ੍ਰਿਸ਼ਨ ਅਵਤਾਰ ਦੇ। ਸੋ ਮੈਂ 24 ਅਵਤਾਰ ਨਰ 'ਤੇ ਜਾਊਂਗਾ ਜੀ, ਅਤੇ ਇੱਕ ਪੰਨਾ ਇਹਨੂੰ ਮੈਂ ਪਿੱਛੇ ਲੈ ਜਾਊਂਗਾ। 191 ਨੰਬਰ ਸਫਾ ਹੈ ਜੀ ਜਿਹੜਾ ਮੇਰਾ ਹੈਗਾ ਪੁਆਇੰਟ ਆਫ ਕੰਸਰਨ ਹੈ ਜੀ। ਅਤੇ ਇੱਥੇ ਮੈਂ ਜਿਹੜਾ ਜਾਣੀ ਇਹ ਕ੍ਰਿਸ਼ਨ ਅਵਤਾਰ ਮੈਂ ਪੜ੍ਹ ਰਿਹਾ ਜੀ ਹੁਣ, ਆਖਰੀ ਪੰਨਾ ਆ ਕ੍ਰਿਸ਼ਨ ਅਵਤਾਰ ਦਾ। ਉਸ ਨੇ ਜਗਤ ਵਿੱਚ ਆਪਣਾ ਹਾਸਾ ਕਰਾਇਆ ਹੈ, ਕਿਉਂਕਿ ਉਸਨੇ ਸੁਪਨੇ ਵਿੱਚ ਵੀ ਗਿਆਨ ਅਤੇ ਤੱਤਵ ਨੂੰ ਨਹੀਂ ਜਾਣਿਆ। ਕਵੀ ਸ਼ਾਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾਂ ਸ਼੍ਰੀ ਕ੍ਰਿਸ਼ਨ ਕਿਸੇ ਦੇ ਹੱਥ ਵਿੱਚ ਨਹੀਂ ਆਇਆ। ਇੱਥੇ ਪਹਿਲਾ ਤਾਂ ਪੁਆਇੰਟ ਇਹ ਵੀ ਨਾਲ, ਇੱਥੇ ਤੀਸਰਾ ਪੁਆਇੰਟ ਮੈਂ ਕਹੂੰਗਾ ਆ ਜਾਂਦਾ ਆ ਵੀ ਕਵੀ ਸ਼ਾਮ ਕਹਿ ਰਿਹਾ ਜੀ ਇਹ। ਅਗਰ ਘੱਟੋ ਘੱਟ ਆਪਾਂ ਚਲੋ ਸਾਰਾ ਗ੍ਰੰਥ ਨਾ ਮੰਨੀਏ, ਜਿਹੜਾ 24 ਅਵਤਾਰ ਦਾ ਕ੍ਰਿਸ਼ਨ ਅਵਤਾਰ ਆ, ਕਾਫੀ ਸਭ ਤੋਂ ਲੰਮਾ ਚੌੜਾ ਅਵਤਾਰ ਕ੍ਰਿਸ਼ਨ ਅਵਤਾਰ ਹੈ ਜੀ। ਅਤੇ ਕ੍ਰਿਸ਼ਨ ਅਵਤਾਰ ਜਿਹੜਾ ਹੈਗਾ ਆ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਟਕਸਾਲੀਆਂ ਦੇ ਹਿਸਾਬ ਨਾਲ। ਅਤੇ ਟਕਸਾਲੀਆਂ ਨੂੰ ਮੇਰਾ ਸਵਾਲ ਹੈ ਵੀ ਜਿਹੜਾ ਕਵੀ ਸ਼ਾਮ ਹੈ ਇਹ ਕੌਣ ਹੈ ਇੱਥੇ ਜੀ? ਪ੍ਰੇਮ ਬਿਨਾ ਕਵੀ ਸ਼ਿਆਮ ਬਨੇ ਕਰੇ ਕਹੂੰ ਮੈਂ ਬ੍ਰਿਜ ਨਾਇਕ ਆਇਓ। ਚਲੋ ਇਹ ਸ਼ਬਦ ਹੈ ਜੀ, ਮੈਂ ਸਿਰਫ ਇਹਦਾ ਤਰਜਮਾ ਪੜ੍ਹ ਰਿਹਾ ਹਾਂ। ਕਵੀ ਸ਼ਾਮ ਕੌਣ ਆ? ਟਕਸਾਲੀ ਵੀਰ ਦੱਸ ਦੇਣ। ਕਵੀ ਸ਼ਾਮ ਕਹਿੰਦੇ ਹਨ, ਪ੍ਰੇਮ ਤੋਂ ਬਿਨਾਂ ਕ੍ਰਿਸ਼ਨ ਕਿਸੇ ਦੇ ਹੱਥ ਵਿੱਚ ਨਹੀਂ ਆਇਆ। ਅਗਲੀ ਸਤਰ ਹੈ ਜੀ, ਅਗਲਾ ਮਤਲਬ ਕਿ ਸ਼ਬਦ ਤੁਸੀਂ ਪੜ੍ਹ ਲਿਓ, ਮੈਂ ਥੱਲੇ ਅਗਰ ਜਿਹਨੇ ਪੜ੍ਹਨਾ ਹੋਵੇ। ਆਪਣੇ ਘਰ-ਬਾਰ ਤੋਂ ਹਾਰ ਕੇ ਜੋ ਆਪਣੇ ਘਰ-ਬਾਰ ਤੋਂ ਹਾਰ ਕੇ, ਜਾਣੀ ਕਿ ਆਪਣੇ ਘਰ-ਬਾਰ ਨੂੰ ਛੱਡ ਕੇ ਵਨ ਨੂੰ ਚਲੇ ਜਾਂਦੇ ਹਨ, ਮਤਲਬ ਕਿ ਜੰਗਲ ਨੂੰ ਚਲੇ ਜਾਂਦੇ ਹਨ, ਅਤੇ ਉੱਥੇ ਉਹਨਾਂ ਨੇ ਬਹੁਤ ਧਿਆਨ ਲਗਾਇਆ ਹੈ। ਜਾਣੀ ਘਰ-ਬਾਰ ਛੱਡ ਕੇ ਜੰਗਲ ਜਾ ਕੇ ਸਮਾਧੀ ਲਾ ਲਈ, ਤਪੱਸਿਆ ਕੀਤੀ। ਜਿਵੇਂ ਆਪਾਂ ਗੱਲ ਕਰਕੇ ਆਏ ਹਾਂ ਵੀ ਉਹ ਜਿਹੜਾ ਬਚਿੱਤਰ ਨਾਟਕ ਤੀਸਰਾ ਅਧਿਆਇ ਆਟੋਬਾਇਓਗ੍ਰਾਫੀ ਵਾਲਾ ਸਵੈ ਜੀਵਨੀ, ਉਹਦੇ ਵਿੱਚ ਪਰਬਤਾਂ ਦੀ ਸ਼੍ਰੰਖਲਾ ਦੇ ਉੱਤੇ, ਚੋਟੀਆਂ ਦੇ ਉੱਤੇ ਤਪੱਸਿਆ ਕੀਤੀ ਜਾ ਰਹੀ ਸੀ। ਇਵੇਂ ਜੰਗਲਾਂ 'ਚ ਕੋਈ ਤਪੱਸਿਆ ਅਗਰ ਕੋਈ ਜਾਵੇ ਕਰਨ, ਆਪਣੇ ਘਰ-ਬਾਰ ਤੋਂ ਹਾਰ ਕੇ ਵਨ ਨੂੰ ਚਲੇ ਗਏ ਹਨ, ਅਤੇ ਉੱਥੇ ਉਹਨਾਂ ਨੇ ਬਹੁਤ ਧਿਆਨ ਲਗਾਇਆ। ਸਿੱਧ ਹੋ ਕੇ ਸਮਾਧੀ ਲਗਾਈ ਹੈ, ਮੁਨੀ ਹੋ ਕੇ ਅਗਾਧ ਕਥਾ ਸੁਣੀ ਹੈ। ਸਿੱਧ ਹੋ ਕੇ ਸਮਾਧੀ ਲਗਾ ਲਈ, ਮੁਨੀ ਹੋ ਕੇ ਕਥਾ ਸੁਣੀ ਹੈ।
ਉਹ ਸਾਰੇ ਖੋਜ ਰਹੇ ਹਨ, ਪਰ ਉਹਨਾਂ ਦੇ ਹੱਥ ਵਿੱਚ ਹਰੀ ਨਹੀਂ ਆਇਆ। ਯਾਨੀ ਪਰਮਾਤਮਾ ਕਹਿ ਲਈਏ, ਹਰੀ ਨੂੰ ਉਹਨਾਂ ਦੇ ਹੱਥ 'ਚ ਨਹੀਂ ਆਇਆ, ਜਿਹਨੇ ਵੀ ਆਹ ਤਪੱਸਿਆ ਵਗੈਰਾ ਕੀਤੀ ਹੈ ਜੀ। ਫਿਰ ਆ ਗਿਆ ਕਿ ਕਵੀ ਸ਼ਾਮ ਕਹਿੰਦੇ ਹਨ ਕਿ ਸਾਰੇ ਵੇਦਾਂ, ਕਿਤਾਬਾਂ ਅਤੇ ਸੰਤਾਂ ਦੇ ਮੱਤ ਵਿੱਚ ਇਹੀ ਠਹਿਰਾਇਆ ਹੋਇਆ ਹੈ। ਜਾਣੀ ਜਿੰਨੇ ਵੇਦ ਕਿਤਾਬ ਤੇ ਸੰਤ ਨੇ, ਉਹਨਾਂ ਨੇ ਇਹੀ ਦੱਸਿਆ ਵੀ ਜਾ ਕੇ ਆਪਣੀ ਆਰਾਧਨਾ ਕਰੋ, ਤਪੱਸਿਆ ਕਰੋ, ਅਤੇ ਫਿਰ ਤੁਹਾਨੂੰ ਪਰਮਾਤਮਾ ਮਿਲਣਾ ਆ। ਪਰ ਉਹਦੇ ਨਾਲ ਇਹ ਜਿਹੜਾ ਕਵੀ ਸ਼ਾਮ ਆ, ਅਤੇ ਦਸਮ ਗ੍ਰੰਥੀਆਂ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਉਹਦੇ ਹਿਸਾਬ ਨਾਲ ਤੁਹਾਨੂੰ ਹਰੀ ਨਹੀਂ ਮਿਲਣਾ। ਠੀਕ ਹੈ ਜੀ। ਅਤੇ ਮੇਰਾ ਪੁਆਇੰਟ ਕੀ ਆ, ਚਲੋ ਅੱਗੇ ਆਉਂਦੇ ਹਾਂ। ਅਗਲੀ ਲਾਈਨ ਪੜ੍ਹ ਲਈ, ਉਹ ਤੋਂ ਬਾਅਦ ਆਪਾਂ ਅਗਲੀ ਲਾਈਨ 'ਤੇ ਵੀ ਗੱਲਬਾਤ ਕਰਦੇ ਹਾਂ। ਕਵੀ ਸ਼ਾਮ ਕਹਿੰਦੇ ਹਨ ਕਿ ਇਹ ਸਾਰੇ ਇਹਨਾਂ ਦੇ ਵਿੱਚ ਇਹੀ ਕਹਿੰਦੇ ਨੇ। ਚਲੋ ਅਗਲੀ ਲਾਈਨ ਜੀ। ਕਵੀ ਕਹਿੰਦੇ ਹਨ, ਹੇ ਸੰਤੋ ਸੁਣੋ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਪ੍ਰਭੂ ਨੂੰ ਪਾਇਆ ਹੈ। ਤਪੱਸਿਆ ਕਰਨ ਦੀ ਲੋੜ ਨਹੀਂ ਹੈਗੀ, ਮੀਨਜ਼ ਤਪ ਕਰਨ ਦੀ ਲੋੜ ਨਹੀਂ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਭੂ ਪਾਇਆ ਹੈ। ਆਹ ਲਾਈਨ ਹੈ ਜੀ ਮੇਰਾ ਪੁਆਇੰਟ ਆਫ ਕੰਸਰਨ। ਟਕਸਾਲੀ ਵੀਰ ਧਿਆਨ ਦੇਣ। ਇੱਥੇ ਪਤਾ ਨਹੀਂ ਕਵੀ ਸ਼ਾਮ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਕੋਈ ਵੀ ABCD ਜਿਹਨੇ ਗ੍ਰੰਥ ਲਿਖਿਆ ਆ ਉਹ ਕਹਿ ਰਿਹਾ ਆ, ਜਾਂ ਘੱਟੋ ਘੱਟ ਆਹ ਜਿਹੜਾ ਅਧਿਆਇ ਆ ਕ੍ਰਿਸ਼ਨ ਅਵਤਾਰ, ਉਹਦਾ ਜਿਹੜਾ ਔਥਰ ਆ, ਉਹਦਾ ਜਿਹੜਾ ਰਾਈਟਰ ਆ, ਉਹ ਇਹ ਕਹਿ ਰਿਹਾ ਆ, ਮੈਂ ਛਤਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ ਪੁੱਤਰ ਨਹੀਂ ਹਾਂ। ਮੈਨੂੰ ਤਪ ਕਰਨਾ ਕਿੱਥੇ ਆਉਂਦਾ ਜੇਕਰ। ਮਤਲਬ ਕਿ ਇੱਥੇ ਇਹ ਜਿਹੜਾ ਵੀ ਰਾਈਟਰ ਆ ਉਹ ਕਹਿ ਰਿਹਾ ਆ ਵੀ ਮੈਂ ਛਤਰੀ ਦਾ ਪੁੱਤਰ ਹਾਂ, ਬ੍ਰਾਹਮਣ ਦਾ ਪੁੱਤਰ ਨਹੀਂ ਹੈਗਾ। ਬ੍ਰਾਹਮਣ ਦਾ ਪੁੱਤਰ ਦਾ ਮਤਲਬ ਜਿਹੜਾ ਤਪ ਕਰਦਾ ਆ, ਅਤੇ ਜਾਣੀ ਉਹ ਤੀਸਰੇ ਅਧਿਆਇ ਦੇ ਵਿੱਚ ਤਪ ਕਰਾਇਆ ਜਾ ਰਿਹਾ ਆ ਅਗਰ ਰਾਈਟਰ ਗੁਰੂ ਗੋਬਿੰਦ ਸਿੰਘ ਜੀ ਨੇ। ਅਤੇ ਪਿਛਲੇ ਜਨਮ ਦੀ ਗੱਲਬਾਤ ਆ, ਇਹ ਇਸ ਜਨਮ ਦੀ ਗੱਲਬਾਤ ਆ। ਅਤੇ ਇਹਦੇ ਵਿੱਚ ਇਹ ਕਹਿੰਦੇ ਨੇ ਮੈਂ ਬ੍ਰਾਹਮਣ ਦਾ ਪੁੱਤਰ ਨਹੀਂ ਹੈਗਾ, ਕਿਉਂਕਿ ਬ੍ਰਾਹਮਣ ਦਾ ਕੰਮ ਹੁੰਦਾ ਹੈ ਜਪ ਤਪ ਕਰਨਾ। ਸਾਰੀ ਜਿਹੜੀ ਨੌਲੇਜ ਆ, ਗਿਆਨ ਆ, ਬ੍ਰਾਹਮਣ ਕੋਲ ਆ, ਰਿੱਧੀਆਂ ਸਿੱਧੀਆਂ। ਜਿਹੜਾ ਛਤਰੀ ਆ, ਛਤਰੀ ਦਾ ਕੰਮ ਹੈਗਾ ਆ ਯੁੱਧ ਕਰਨਾ। ਅਤੇ ਇਸ ਕਰਕੇ ਵੀ ਮੈਂ ਤਾਂ ਯੋਧਾ ਹਾਂ, ਛਤਰੀ ਦਾ ਪੁੱਤਰ ਹਾਂ, ਬ੍ਰਾਹਮਣ ਵਾਲੇ ਕੰਮ ਮੈਨੂੰ ਨਹੀਂ ਆਉਂਦੇ, ਅਤੇ ਵੀ ਮੈਂ ਤਪ ਕਰਾਂ। ਅੱਗੇ ਚੱਲੀਏ ਜੀ। ਅਤੇ ਘਰ ਦੇ ਹੋਰ ਜਿਤਨੇ ਜੰਜਾਲ ਹਨ ਉਹਨਾਂ ਨੂੰ ਤਿਆਗ ਕੇ ਕੀ ਚਿੱਤ ਉਹਨਾਂ ਵਿੱਚ ਧਰਾਂ। ਬਿਲਕੁਲ, ਵੀ ਜਿਹੜੇ ਜੰਜਾਲ ਨੇ ਉਹਨਾਂ ਨੂੰ ਛੱਡ ਕੇ ਮੇਰਾ ਕਿਵੇਂ ਜਿਹੜਾ ਚਿੱਤ ਆ ਉਹਦੇ ਵਿੱਚ ਧਰਿਆ ਜਾਊਗਾ, ਯਾਨੀ ਤਪੱਸਿਆ ਦੇ ਵਿੱਚ। ਕਿਉਂਕਿ ਮੈਂ ਛਤਰੀ ਹਾਂ, ਮੇਰਾ ਉੱਧਰ ਇੰਟਰਸਟ ਹੀ ਨਹੀਂ ਹੈਗਾ ਬ੍ਰਾਹਮਣ ਵਾਲੇ ਕੰਮ ਵਾਲੇ ਪਾਸੇ। ਹੁਣ ਇੱਥੇ ਦੇਖੋ, ਪਹਿਲਾ ਤਾਂ ਪੁਆਇੰਟ ਇਹ ਜਿਹੜਾ ਸਾਬਿਤ ਹੋ ਜਾਂਦਾ ਵੀ ਉੱਥੇ ਜਿਹੜਾ ਰਾਈਟਰ ਆ, ਕਿਉਂਕਿ ਅਗਰ ਸਾਰਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਆ ਜਾਂ ਇੱਕੋ ਰਾਈਟਰ ਦੀ ਲਿਖਤ ਆ, ਆਪਾਂ ਕਹਿ ਲਈਏ ਸਾਰਾ ਗ੍ਰੰਥ ਜਿਹੜੇ 17 ਅਧਿਆਏ ਨੇ, ਤਾਂ ਇਹਦਾ ਜਿਹੜਾ ਲੇਖਕ ਆ ਉਹ ਆਪਣੇ ਆਪ ਨੂੰ, ਇਹਦਾ ਜਿਹੜਾ ਰਚਨਹਾਰ ਆ, ਕੰਟਰਾਡਿਕਟ ਕਰ ਰਿਹਾ ਆ। ਪਿਛਲੇ ਜਨਮ ਦੇ ਵਿੱਚ ਉਹ ਆਪਣੇ ਆਪ ਨੂੰ ਕਿਉਂਕਿ ਤਪ ਕਰ ਰਿਹਾ, ਇਸ ਕਰਕੇ ਉਹ ਬ੍ਰਾਹਮਣ ਆ, ਅਤੇ ਹੁਣ ਉਹ ਛਤਰੀ ਦਾ ਪੁੱਤਰ ਹੋ ਜਾਂਦਾ ਹੈ ਇਹਦੇ ਵਿੱਚ। ਠੀਕ ਹੈ ਜੀ। ਅਤੇ ਦੂਜਾ ਜਿਹੜਾ ਮੇਰਾ ਪੁਆਇੰਟ ਆ ਉਹ ਇਹ ਸੀ ਹੈਗਾ ਵੀ ਅਗਰ ਗੁਰੂ ਗੋਬਿੰਦ ਸਿੰਘ ਜੀ ਦੇ ਲੇਖਕ ਨੇ, ਜਿਹੜਾ ਦਸਮ ਗ੍ਰੰਥ ਉਹਨਾਂ ਦੀ ਰਚਨਾ ਆ, ਅਤੇ ਕੀ ਉਹ ਆਪਣੇ ਜਾਤ ਪਾਤ ਨੂੰ, ਕਿਉਂਕਿ ਜਿਹੜਾ ਹੈ ਵਰਨ ਵੰਡ ਆ ਜੀ, ਜਿਹਨੂੰ ਮਨੂਵਾਦ ਕਹਿ ਦਿੰਦੇ ਨੇ, ਜਿਹੜੀ ਕਿ ਇਹ ਬ੍ਰਾਹਮਣ, ਛਤਰੀਏ, ਵੈਸ਼ ਅਤੇ ਸ਼ੂਦਰ ਵਾਲਾ ਸਿਸਟਮ, ਚਾਰ ਇਹਨਾਂ ਨੇ ਯਾਨੀ ਕਿ ਜਿਹੜੇ ਵਰਨ ਬਣਾਏ ਨੇ ਜੀ, ਚਾਰ ਜਾਤੀ ਵੰਡ ਮੈਂ ਕਹਿ ਲੂੰਗਾ ਵੀ ਜਾਤਾਂ ਦੇ ਹਿਸਾਬ ਨਾਲ, ਕੰਮਾਂ ਦੇ ਹਿਸਾਬ ਨਾਲ ਜਿਹੜਾ ਸਮਾਜ ਇਹਨਾਂ ਨੇ ਵੰਡਿਆ ਆ। ਘੱਟੋ ਘੱਟ 2-2.5 ਕਾਹਦੇ, ਘੱਟੋ ਘੱਟ 3000 ਸਾਲ ਪੁਰਾਣੀ ਇਹਨਾਂ ਨੇ ਇਹ ਸ਼ੁਰੂ ਕੀਤਾ ਸੀਗਾ ਇਹ ਡਰਾਮਾ ਕਰਨਾ, ਜਿਹਦੇ ਵਿੱਚ ਇਹਨਾਂ ਨੇ ਸਮਾਜ ਨੂੰ ਵੰਡਤਾ ਉਹਨਾਂ ਦੇ ਕਿੱਤਿਆਂ ਦੇ ਹਿਸਾਬ ਨਾਲ। ਸਭ ਤੋਂ ਉੱਪਰ ਬ੍ਰਾਹਮਣ ਨੂੰ, ਮੀਨਸ ਜਿਹਦੇ ਕੋਲ ਨੌਲੇਜ ਆ, ਜਿਹਦੇ ਕੋਲ ਗਿਆਨ ਆ, ਪਰਮਾਤਮਾ ਦਾ ਵੀ ਗਿਆਨ ਆ ਅਤੇ ਬਾਕੀ ਸਭ ਗਿਆਨ ਆ ਰੱਬ ਦਾ, ਅਤੇ ਉਹ ਬ੍ਰਾਹਮਣ ਨੇ ਆਪਣੇ ਕੋਲ ਰੱਖ ਲਿਆ ਅਤੇ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਿਆ ਜੀ ਵੰਡ ਦੇ ਵਿੱਚ। ਅਤੇ ਸਭ ਤੋਂ ਥੱਲੇ ਸ਼ੂਦਰ ਆ ਗਿਆ ਜੀ, ਅਤੇ 2 ਨੰਬਰ 'ਤੇ ਛਤਰੀਏ, 3 ਨੰਬਰ 'ਤੇ ਵੈਸ਼, ਅਤੇ ਚੌਥੇ 'ਤੇ ਸ਼ੂਦਰ। ਮੀਨਜ਼ ਅਗਰ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਦੀ ਉਹ 10ਵੀਂ ਜੋਤ ਨੇ, ਅਤੇ ਗੁਰੂ ਨਾਨਕ ਦਾ ਤਾਂ ਸੰਦੇਸ਼ ਹੈਗਾ ਆ, ਸੰਦੇਸ਼ ਆਪਣੇ ਇਹ ਜਿਹੜਾ ਜਾਤੀਵਾਦ ਆ ਉਹਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਨੇ। ਜਨੇਊ ਨਹੀਂ ਪਾਇਆ ਉਹਨਾਂ ਨੇ, ਇਸੇ ਕਰਕੇ ਨਹੀਂ ਪਾਇਆ ਵੀ ਇੱਕ ਤਾਂ ਆਪਣੇ ਜਾਤੀਵਾਦ ਦਾ ਵੀ ਉਹਦੇ ਵਿੱਚ ਸ਼ੋਸ਼ਣ ਆ, ਕਿਉਂਕਿ ਅਪਰ ਕਾਸਟ ਜਿਹੜੇ ਹੈਗੇ ਨੇ ਪੀਪਲ, ਜਾਣੀ ਬ੍ਰਾਹਮਣ, ਅਤੇ ਉਹੀ ਜਨੇਊ ਧਾਰਨ ਕਰ ਸਕਦੇ ਨੇ, ਅਤੇ ਉੱਧਰੋਂ ਔਰਤਾਂ ਦੇ ਨਾਲ ਵੀ ਇਹਦਾ ਸ਼ੋਸ਼ਣ ਆ ਉਹਦੇ ਵਿੱਚ। ਵਿਤਕਰਾ ਕਹਿ ਲਈਏ, ਮੈਂ ਸ਼ੋਸ਼ਣ ਦੀ ਜਗ੍ਹਾ ਵਿਤਕਰਾ ਆ ਵੀ ਔਰਤਾਂ ਨਹੀਂ ਪਾ ਸਕਦੀਆਂ, ਸਿਰਫ ਮਰਦ ਪਾ ਸਕਦੇ ਨੇ, ਅਤੇ ਮਰਦ ਵੀ ਕਿਹੜੀ ਜਾਤ ਦੇ, ਬ੍ਰਾਹਮਣ ਜਾਤ ਦੇ। ਉਹਨਾਂ ਨੇ ਇਹਦਾ ਖੰਡਨ ਕੀਤਾ। ਅਤੇ ਇੱਥੇ ਅਗਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੋਵੇ, ਟਕਸਾਲੀ ਵੀਰ ਫਿਰ ਧਿਆਨ ਦੇਣ
ਕਿ ਉਹ ਫਿਰ ਇਹਦਾ ਮਤਲਬ ਜਾਤੀਵਾਦ ਨੂੰ ਕਿਉਂ ਪ੍ਰਮੋਟ ਕਰ ਰਹੇ ਨੇ ਇਹ ਇਸ ਗ੍ਰੰਥ ਦੇ ਵਿੱਚ। ਬਸ ਇਹੋ ਮੇਰਾ ਪੁਆਇੰਟ ਹੈ ਜੀ। 2 ਪੁਆਇੰਟ ਕਹਿ ਲਈਏ ਆਪਾਂ, 3 ਪੁਆਇੰਟ ਕਹਿ ਲਈਏ ਜਿਹੜੇ ਇਹਦੇ 'ਚ ਮੈਂ ਪੇਸ਼ ਕੀਤੇ ਨੇ। ਅਤੇ ਟਕਸਾਲੀ ਵੀਰਾਂ ਨੂੰ, ਦਸਮ ਗ੍ਰੰਥੀਆਂ ਨੂੰ, ਜਿੰਨੇ ਵੀ ਇਹਨਾਂ ਦੇ 2-3 ਧੜੇ ਨੇ ਉਹ ਵੀ ਮੈਂ ਡਿਫਾਈਨ ਕਰ ਚੁੱਕਿਆ ਪਹਿਲਾਂ। ਉਹਨਾਂ ਨੂੰ ਬੇਨਤੀ ਹੈ ਕਿ ਇਹ ਸਾਬਤ ਕਰ ਦੇਣ। ਇੱਕ ਤਾਂ ਕਵੀ ਸ਼ਾਮ ਕੌਣ ਆ, ਇੱਕ ਆਪਣੇ ਸੈਲਫ ਕੰਟਰਾਡਿਕਟਰੀ ਜਿਹੜੀ ਸਟੇਟਮੈਂਟ ਆ ਜਾਂਦੀ ਹੈ ਵੀ ਉਹਦੇ ਵਿੱਚ ਪਹਿਲੇ ਅਧਿਆਇ ਦੇ ਵਿੱਚ ਜਿਵੇਂ ਕਿ ਮੈਂ ਟਾਈਟਲ ਵੀ ਦਿੱਤਾ ਆ ਵੀ ਦਸਮ ਗ੍ਰੰਥ ਦਾ ਲਿਖਾਰੀ ਪਿਛਲੇ ਜਨਮ ਵਿੱਚ ਤਪੀ ਬ੍ਰਾਹਮਣ, ਜਿੱਥੇ ਉਹ ਹੇਮਕੁੰਟ ਸਾਹਿਬ 'ਚ ਪੂਜਾ ਕਰ ਰਹੇ ਨੇ ਉਸ ਜਗ੍ਹਾ 'ਤੇ ਬਹੁਤ ਸਾਰੇ ਲੋਕ ਅੱਜ ਵੀ ਦਰਸ਼ਨਾਂ ਨੂੰ ਜਾਂਦੇ ਨੇ। ਮੈਂ ਵੀ 2 ਵਾਰੀ ਜਾ ਕੇ ਆਇਆ, 1992 'ਚ ਅਤੇ 2001 ਦੇ ਵਿੱਚ। ਅਤੇ ਇਸ ਜਨਮ ਦੇ ਵਿੱਚ ਉਹ ਜਾਣੀ ਹੈਗੇ ਨੇ ਛਤਰੀਏ, ਜਿਨ੍ਹਾਂ ਨੂੰ ਤਪ ਕਰਨਾ, ਤਪੱਸਿਆ ਕਰਨੀ ਨਹੀਂ ਆਉਂਦੀ। ਬਹੁਤ ਧੰਨਵਾਦ ਦੋਸਤੋ ਇਹ ਵੀਡੀਓ ਦੇਖਣ ਦਾ। ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਅਤੇ ਆਪਾਂ ਹਰੇਕ ਸੋਮ ਅਤੇ ਮੰਗਲਵਾਰ ਲਾਈਵ ਪ੍ਰੋਗਰਾਮ ਕਰੀਦਾ ਆ ਫੇਸਬੁੱਕ ਦੇ ਉੱਤੇ ਅਤੇ ਯੂਟਿਊਬ ਦੇ ਉੱਤੇ, ਅਤੇ ਉਹਦੇ ਮੈਂ ਲਿੰਕ ਨਾਲ ਦੇ ਦੂੰਗਾ ਜੀ। 8:30 ਵਜੇ ਰਾਤ ਦਾ ਟਾਈਮ ਹੁੰਦਾ ਇੰਡੀਆ ਦਾ, 8:30 ਵਜੇ ਸੋਮ ਅਤੇ ਮੰਗਲਵਾਰ। ਆਪਣੇ ਫੇਸਬੁੱਕ ਪੇਜ 'ਤੇ ਯੂਟਿਊਬ ਦਾ ਲਿੰਕ ਵੀ ਮੈਂ ਨਾਲ ਦੇ ਦੂੰਗਾ। ਅਤੇ ਟਕਸਾਲੀ ਵੀਰਾਂ ਨੂੰ ਬੇਨਤੀ ਹੈਗੀ ਆ ਕਿ ਕਿਰਪਾ ਕਰਕੇ ਜਿਹੜੇ ਇਹਦੇ 'ਚ ਪੁਆਇੰਟ ਰੱਖੇ ਨੇ, 3 ਪੁਆਇੰਟ ਨੇ ਜੀ, ਉਹਨੂੰ ਅਗਰ ਸਪਸ਼ਟ ਕਰ ਦੇਣ ਤਾਂ ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ ਹੋਊਗੀ। ਧੰਨਵਾਦ ਦੋਸਤੋ।